कि मैंने सोचा मैं अहम था, पर मेरा वो वहम था जो अभी तक मेरे साथ चलता जा रहा है। आई एम कैप्टन KP सिंह। आई वॉज कमीशनड इनटू द इंडियन आर्मी in 1979 as a short service commissioned officer. ਕਮਿਸ਼ਨ ਤੋਂ ਪਹਿਲਾਂ ਕੀ ਹੁੰਦਾ, ਇੱਕ ਟ੍ਰੇਨਿੰਗ ਹੁੰਦੀ ਆ, ਇੱਕ ਇੰਡਕਸ਼ਨ ਪ੍ਰੋਸੈਸ ਹੈਗਾ ਜੀ। ਨਾਓ ਵਾਟ ਇਜ਼ ਦਿਸ ਇੰਡਕਸ਼ਨ ਪ੍ਰੋਸੈਸ, ਜਿਹਦੇ ਵਿੱਚ ਇੱਕ ਰਿਟਨ ਐਗਜ਼ਾਮ ਹੁੰਦਾ, ਜਿਹੜੇ ਰਿਟਨ ਐਗਜ਼ਾਮ ਕੁਆਲੀਫਾਈ ਕਰਦੇ ਨੇ ਜਾਂ ਮੈਰਿਟ ਟੌਪ ਚਾਹੁੰਦੇ ਨੇ ਉਹਨਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ। 3 ਦਿਨ ਦੀ SSB ਇੰਟਰਵਿਊ ਚੱਲਦੀ ਆ ਜੀ। ਜਿਹੜੇ ਉਹਦੇ ਚੋਂ ਟੌਪ ਕਰਦੇ ਨੇ, ਸਿਲੈਕਟ ਹੁੰਦੇ ਨੇ, ਉਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਹੋ ਜਾਂਦਾ। ਐਂਡ ਆਫਟਰ ਆਲ ਦਿਸ ਪ੍ਰੋਸੈਸ ਹੀ ਬਿਕਮਸ ਅ ਕੈਡੇਟ, ਅ ਜੈਂਟਲਮੈਨ ਕੈਡੇਟ, ਓਕੇ, ਟੂ ਬੀ ਇੰਡਕਟਡ ਇਨਟੂ ਦੀ ਅਕੈਡਮੀ ਫॉर ਟ੍ਰੇਨਿੰਗ। ਯਾ ਐਂਡ ਉਸ ਟ੍ਰੇਨਿੰਗ ਤੋਂ ਬਾਅਦ ਉਹਨੂੰ ਕਮਿਸ਼ਨ ਮਿਲਦੀ ਆ, ਜਿਹੜੀ ਕਿ ਮੈਨੂੰ 1979 ਮਾਰਚ ਵਿੱਚ ਮਿਲੀ ਸੀ ਐਜ਼ ਅ ਸ਼ਾਰਟ ਸਰਵਿਸ ਕਮਿਸ਼ਨ ਆਫਸਰ ਜੀ। ਹੁਣ ਅਸੀਂ ਬਾਕੀ ਇੰਡਕਸ਼ਨ ਦੇਖੀਏ ਆਰਮੀ ਦੀਆਂ। ਇੱਕ NDA ਦੀ ਇੰਡਕਸ਼ਨ ਹੈ, ਇੱਕ IME ਦੀ ਡਾਇਰੈਕਟ ਐਂਟਰੀ ਕਹਿੰਦੇ ਨੇ। ਯਾ ਉਹਨਾਂ ਦੇ ਕੀ ਪ੍ਰੋਸੈਸ ਨੇ? ਦੇ ਹੈਵ ਦੀ ਸੇਮ ਪ੍ਰੋਸੈਸਸ। ਯਾ ਉਹਨਾਂ ਦਾ ਵੀ ਰਿਟਨ ਐਗਜ਼ਾਮ ਹੁੰਦਾ ਔਨ ਦੀ ਸੇਮ ਪੈਟਰਨ। ਯਾ ਦੇ ਆਲਸੋ ਹੈਵ ਸੇਮ ਪੈਟਰਨ SSB ਇੰਟਰਵਿਊ ਜੀ। ਮੈਡੀਕਲ ਤਾਂ ਸੇਮ ਹੋਣਾ ਹੀ ਹੋਣਾ ਜੀ। ਮੈਡੀਕਲ ਫਿਟਨੈਸ ਤਾਂ ਚਾਹੀਦੀ ਹੈ ਨਾ ਜੀ। ਹਾਊ ਕੈਨ ਯੂ ਹੈਵ ਟੂ ਪੈਰਾਮੀਟਰਸ ਫॉर ਮੈਡੀਕਲ। ਫਿਰ ਆ ਗਈ ਟ੍ਰੇਨਿੰਗ। ਟ੍ਰੇਨਿੰਗ 'ਚ ਕੋਈ ਕਮੀ ਨਹੀਂ ਹੁੰਦੀ ਜੀ। ਜਿੰਨੀ ਟ੍ਰੇਨਿੰਗ OTH ਹੁੰਦੀ ਹੈ ਉਨੀ ਟ੍ਰੇਨਿੰਗ IMA ਹੁੰਦੀ। ਜੋ ਵੀ ਪ੍ਰੋਸੈਸ ਹੈਗਾ ਟਿਲ ਕਮਿਸ਼ਨ ਹੋਣ ਤੱਕ ਟ੍ਰੇਨਿੰਗ ਪ੍ਰੋਸੈਸ ਵੀ ਸੇਮ ਹੈ। ਇੰਡਕਸ਼ਨ ਪ੍ਰੋਸੈਸ ਸੇਮ ਹੈ, ਟ੍ਰੇਨਿੰਗ ਪ੍ਰੋਸੈਸ ਸੇਮ ਹੈ। ਤੇ ਉਹ ਤੋਂ ਬਾਅਦ ਤੁਸੀਂ ਸੈਕੰਡ ਲੈਫਟੀਨੈਂਟ ਅਫਸਰ ਬਣ ਕੇ ਉੱਥੋਂ ਅਕੈਡਮੀ ਤੋਂ ਬਾਹਰ ਆਉਂਦੇ ਹੋ। ਫਿਰ ਆ ਗਈ ਜੀ ਆਪਣੀ ਰੈਜੀਮੈਂਟ ਯੂਨਿਟ ਜਾਂਦੇ ਹੋ। ਉੱਥੇ ਤੁਹਾਡੀ ਡਿਪਲੋਇਮੈਂਟ ਹੁੰਦੀ ਹੈ ਜੀ। ਡਿਪਲੋਇਮੈਂਟ 'ਚ ਇਹ ਨਹੀਂ ਕਿਤੇ ਦੇਖਿਆ ਜਾਂਦਾ ਕਿ ਸ਼ਾਰਟ ਸਰਵਿਸ ਕਮਿਸ਼ਨਡ ਆਫਸਰ ਹੈ, ਇਹ ex NDA ਆਫਿਸਰ ਹੈ ਜਾਂ ਇਹ ex IMA ਆਫਿਸਰ ਹੈ। ਇਹਨੂੰ ਕਿੱਥੇ ਡਿਪਲੋਏ ਕਰਨਾ? ਉਹਨੂੰ ਵੀ ਉਹੀ ਬਾਰਡਰ ਦੀ ਡਿਪਲੋਇਮੈਂਟ ਮਿਲਦੀ ਹੈ ਜੋ ਸ਼ਾਰਟ ਸਰਵਿਸ ਕਮਿਸ਼ਨ ਆਫਸਰ ਨੂੰ ਮਿਲਦੀ ਹੈ ਜੀ। ਉਹਨੂੰ ਵੀ ਹਾਰਡ ਏਰੀਏ ਦੀ ਮਿਲਦੀ ਹੈ। ਉਹਨੂੰ ਵੀ ਜਿਹੜੇ ਏਰੀਆਜ਼ ਨਾਰਥ ਈਸਟ ਹੋ ਗਏ ਜਾਂ ਚਾਈਨਾ ਬਾਰਡਰ ਹੋ ਗਿਆ ਜਾਂ ਤੁਹਾਡਾ ਲੇਹ ਲਦਾਖ ਹੋ ਗਿਆ ਜਾਂ ਪਾਕਿਸਤਾਨ ਦਾ ਬਾਰਡਰ ਹੋ ਗਿਆ, ਕਾਰਗਿਲ ਹੋ ਗਿਆ, ਪੋਸਟਿੰਗ ਡਿਪਲੋਇਮੈਂਟ ਸੇਮ ਹੁੰਦੀ ਹੈ। ਨੇਚਰ ਆਫ ਡਿਊਟੀ ਸੇਮ ਹੁੰਦੀਆਂ ਨੇ, ਸਭ ਕੁਝ ਸੇਮ ਹੁੰਦਾ। ਉਹ ਤੋਂ ਬਾਅਦ ਜਦੋਂ ਕੋਰਸਿਸ ਤੇ ਜਾਂਦੇ ਨੇ ਅਫਸਰ, ਵਾਈਓਜ਼ ਕੋਰਸ ਹੁੰਦਾ। ਹਰੇਕ ਜਿਹੜੀ ਵੀ ਬ੍ਰਾਂਚ ਹੋ ਗਈ, ਆਰਟਲਰੀ ਹੋ ਗਈ, ਇਨਫੈਂਟਰੀ ਹੋ ਗਈ, ਉਹਦਾ ਯੰਗ ਆਫਸਰਸ ਕੋਰਸ ਹੁੰਦਾ। ਉਹਦਾ ਕਰਿਕੂਲਮ ਸੇਮ ਹੁੰਦਾ। ਇਹ ਨਹੀਂ ਕਿ ਸ਼ਾਰਟ ਸਰਵਿਸ ਕਮਿਸ਼ਨ ਆਫਸਰ ਦਾ ਕਰਿਕੂਲਮ ਹੋ ਰਿਹਾ ਤੇ ਦੂਜਿਆਂ ਦਾ ਹੋ ਰਿਹਾ। ਐਵਰੀਥਿੰਗ ਇਜ਼ ਸੇਮ ਹਾਂਜੀ। ਕੋਰਸਿਸ ਆਰ ਸੇਮ ਜੀ। ਪਰ ਜਦੋਂ 5 ਸਾਲ ਬਾਅਦ, 6 ਸਾਲ ਬਾਅਦ, 7 ਸਾਲ ਬਾਅਦ, 10 ਸਾਲ ਬਾਅਦ ਸ਼ਾਰਟ ਸਰਵਿਸ ਕਮਿਸ਼ਨ ਆਫਸਰ ਨੂੰ ਕਹਿੰਦੇ ਕਿ ਨਹੀਂ ਜੀ ਸਾਨੂੰ ਤੁਹਾਡੀ ਲੋੜ ਨਹੀਂ, ਨਾਓ ਯੂ ਗੋ ਹੋਮ। ਉਦੋਂ ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਕਿਹਨੂੰ ਸਵਾਲ ਪੁੱਛਾਂ। ਉਹ ਅਫਸਰ ਕਿਹਨੂੰ ਸਵਾਲ ਪੁੱਛੇ ਉਸ ਵੇਲੇ ਵਿਦਆਊਟ ਐਨੀ ਬੈਨੀਫਿਟਸ ਕਿ ਜੀ ਮੇਰੀ ਇੰਡਕਸ਼ਨ ਸੇਮ ਸੀ, ਮੇਰੀ ਟ੍ਰੇਨਿੰਗ ਸੇਮ ਸੀ, ਮੇਰੀ ਡਿਪਲੋਇਮੈਂਟ ਸੇਮ ਸੀ, ਮੇਰੇ ਕੋਰਸਿਸ ਸੇਮ ਸੀਗੇ, ਤੇ ਜਦੋਂ ਮੈਨੂੰ ਬੈਨੀਫਿਟ ਦੇਣਾ ਹੋਇਆ ਤੁਸੀਂ ਹੱਥ ਖਿੱਚ ਲਿਆ। ਉਦੋਂ ਮੇਰਾ ਰੈਂਕ ਕਿੱਥੇ ਗਿਆ ਜੀ? ਤੇ ਉਦੋਂ ਜੇ ਮੇਰਾ ਰੈਂਕ ਹੈਗਾ ਤੇ ਮੈਨੂੰ ਉਹਦਾ ਅੱਜ ਬੈਨੀਫਿਟ ਦਿਓ, ਮੈਨੂੰ ਉਹਦੀ ਪੈਨਸ਼ਨ ਦਿਓ। ਬਿਲਕੁਲ। ਮੈਨੂੰ ਕਿਉਂ ਉਸ ਤੋਂ ਡਿਪਰਾਈਵ ਕੀਤਾ ਜਾ ਰਿਹਾ? ਸ਼ਾਰਟ ਸਰਵਿਸ ਕਮਿਸ਼ਨਡ ਆਫਸਰ ਇੱਕ ਲਾਈਨ ਐਡ ਕਰਨ ਲਈ ਉਹ ਲਾਈਨ ਕਿਉਂ ਨਹੀਂ ਐਡ ਕੀਤੀ ਗਈ? ਇਹ ਵੀ ਐਲੀਜੀਬਲ ਹੈਗੇ ਜੀ, ਇਹਨਾਂ ਨੂੰ ਵੀ ਰੈਂਕ ਦਿੱਤਾ। ਇਹਨਾਂ ਨੂੰ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਰੈਂਕ ਦਿੱਤਾ। ਇਹਨਾਂ ਨੂੰ ਰੈਂਕ ਕਿਸੇ ਹੋਰ ਨੇ ਨਹੀਂ ਦਿੱਤਾ ਨੈਚੁਰਲੀ। ਹਾਂਜੀ। ਸੋ ਇਹਨਾਂ ਨੂੰ ਵਾਈ ਆਰ ਵੀ ਡਿਪਰਾਈਵਿੰਗ them of this benefit? ਉਦੋਂ ਹੱਥ ਖਿੱਚ ਲਿਆ ਕਿ ਨਹੀਂ ਖਿੱਚਿਆ ਸਾਨੂੰ ਨਹੀਂ ਪਤਾ। once you come out of the army, ਤੁਸੀਂ 5 ਸਾਲ 7 ਸਾਲ ਲਾ ਕੇ ਬਾਹਰ ਆ ਗਏ ਹੋ। ਉਹ ਤੋਂ ਬਾਅਦ ਕੀ ਹੁੰਦਾ? ਏਜ ਗਰੁੱਪ ਕੀ ਹੁੰਦਾ? 28-30 ਸਾਲ ਦਾ। ਅੰਡਰ 30 ਹੁੰਦੇ ਨੇ ਬਾਈ ਐਂਡ ਲਾਰਜ। ਤੁਸੀਂ ਆਪਣੀ ਲਾਈਫ ਤੇ ਆਪਣਾ ਕਰੀਅਰ ਦੁਬਾਰਾ ਸ਼ੁਰੂ ਕਰਦੇ ਹੋ। ਤੁਸੀਂ ਆਪਣਾ ਜੌਬ, ਕਰੀਅਰ, ਬਿਜ਼ਨਸ, ਕਾਰੋਬਾਰ ਨਵਾਂ ਬਣਾਉਣਾ ਹੁੰਦਾ।
ਐਂਡ ਉਹਦੇ ਵਿੱਚ ਦੇਖੋ ਕਿ ਕਿਸ ਹੱਦ ਤੱਕ ਜ਼ਿਆਦਤੀ ਆ ਉਹਦੇ ਵਿੱਚ ਵੀ ਕਿਤੇ ਵੀ ਕੋਈ ਗਵਰਨਮੈਂਟ ਵੱਲੋਂ ਕੋਈ ਐਸੀ ਪਾਲਿਸੀ ਨਹੀਂ ਹੈ ਕਿ ਇਸ ਕੈਟੇਗਰੀ ਅਫਸਰਾਂ ਨੂੰ ਇਸ ਕੈਟੇਗਰੀ ਦੇ ਜਿਹੜੇ ਤੁਹਾਡੇ ਯੋਧੇ ਨੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਤੁਸੀਂ ਸਾਰੀਆਂ ਲੜਾਈਆਂ ਦੇਖ ਲਓ 65 ਦੀ ਦੇਖ ਲਓ 71 ਦੀ ਦੇਖ ਲਓ ਤੁਸੀਂ ਕਾਰਗਿਲ ਦੇਖ ਲਓ ਇਹਨਾਂ ਨੇ ਪਾਰਟਿਸਿਪੇਟ ਕੀਤਾ ਹਰੇਕ ਜਗ੍ਹਾ ਬਿਲਕੁਲ ਹਾਂਜੀ ਸ਼ਹੀਦੀਆਂ ਵੀ ਹੋਈਆਂ ਨੇ ਗੈਲੇਟਰੀ ਅਵਾਰਡ ਵੀ ਮਿਲੇ ਨੇ ਜੀ ਜਦੋਂ ਦੁਸ਼ਮਣ ਸਾਹਮਣੇ ਬੈਠਾ ਹੁੰਦਾ ਉਹ ਇਹ ਦੇਖਦਾ ਕਿ ਸ਼ਾਰਟ ਸਰਵਿਸ ਕਮਿਸ਼ਨ ਹੈ ਇਹਨੂੰ ਸਰਕਾਰ ਨੇ ਕੋਈ ਬੈਨੀਫਿਟ ਦੇ ਵੀ ਇਹ ਗੋਲੀ ਮੈਂ ਇਹਨੂੰ ਨਹੀਂ ਮਾਰਨੀ ਮੈਂ ਦੂਜੇ ਨੂੰ ਮਾਰਾਂ ਜਿੱਥੇ ਇਨਸਰਜੈਂਸੀ ਹਾਰਡ ਡਿਪਲੋਇਮੈਂਟਸ ਹੁੰਦੀਆਂ ਨੇ ਜਦੋਂ ਸੀਓ ਸਾਹਿਬ ਉੱਥੇ ਭੇਜਦੇ ਨੇ ਜੀ ਜਾਂ ਬ੍ਰਿਗੇਡੀਅਰ ਸਾਹਿਬ ਭੇਜਦੇ ਨੇ ਉਹ ਇਹ ਤਾਂ ਨਹੀਂ ਦੇਖਦੇ ਸ਼ਾਰਟ ਸਰਵਿਸ ਹੈ ਇਹਨੂੰ ਅਸੀਂ ਕੋਈ ਬੈਨੀਫਿਟ ਨਹੀਂ ਦੇਣਾ ਤੇ ਇਹਨੂੰ ਅਸੀਂ ਯਾਰ ਇਹਨੂੰ ਔਖੀ ਜਗ੍ਹਾ ਨਾ ਲਾਈਏ ਕਿਉਂਕਿ ਇਹਨੂੰ ਕਿਹੜਾ ਬੈਨੀਫਿਟ ਮਿਲਣਾ ਹੁਣ ਤਾਂ ਸੌਖਾ ਰੱਖੀਏ ਇਹਨੂੰ ਨਹੀਂ ਹੁੰਦਾ ਇਸ ਤਰ੍ਹਾਂ ਜੀ ਸੋ ਸਾਡੀ ਕੈਟੇਗਰੀ ਨੂੰ ਸ਼ਾਰਟ ਸਰਵਿਸ ਕਮਿਸ਼ਨ ਆਫਸਰ ਦੀ ਕੈਟੇਗਰੀ ਨੂੰ ਸਭ ਭੁੱਲ ਗਏ ਨੇ ਇੱਕ ਯੂਜ਼ ਐਂਡ ਥਰੋ ਕੀਤਾ ਇੱਕ ਯੰਗ ਆਫਸਰ 21-22 ਸਾਲ ਦੀ ਕਮਿਸ਼ਨ ਮਿਲਦੀ ਹੈ ਉਹਨੂੰ ਕਿੰਨੀ ਕੁ ਸਮਝ ਆਉਂਦੀ ਹੈ ਆਪਣੀ ਜੌਬ ਤੇ ਕਰੀਅਰ ਦੀ ਬਿਲਕੁਲ ਠੀਕ ਜਿਹੜੇ ਸਵਾਲ ਅਸੀਂ ਅੱਜ ਕਰਦੇ ਪਏ ਹਾਂ ਜੀ ਯੂ نو ਆਈ ਐਮ ਐਟ ਦ ਏਜ ਆਫ 65 ਮੈਨੂੰ ਹੁਣ ਸਮਝ ਆ ਰਹੀ ਜਦੋਂ ਮੈਂ ਕਮਿਸ਼ਨ ਹੋਇਆ ਸੀ ਮੈਨੂੰ ਗੱਲਾਂ ਨਹੀਂ ਸੀ ਸਮਝ ਆਉਂਦੀਆਂ ਮੈਨੂੰ ਨਹੀਂ ਸੀ ਪਤਾ ਗੁੱਡ ਜੀ ਯਾ ਵੈਰੀ ਰਾਈਟ ਤੁਸੀਂ ਇਹ ਸਾਡੇ ਨਾਲ ਇਸ ਗੱਲ ਤੇ ਸਹਿਮਤ ਹੋਵੋ ਕਿਸੇ ਸਰਕਾਰੀ ਅਦਾਰੇ 'ਚ ਸਾਨੂੰ ਸਹੂਲਤਾਂ ਨਹੀਂ ਹੈ ਕਿ ਜੀ ਆ ਤੁਸੀਂ 5 ਸਾਲ 7 ਸਾਲ ਲਾਏ ਨੇ ਆ ਲਓ ਜੀ ਅਸੀਂ ਤੁਹਾਡਾ ਮਾਣ ਕਰਦੇ ਤੁਹਾਡੀ ਐਡੀ ਤਨਖਾਹ ਵਧਾ ਦਿੰਦੇ ਤੁਹਾਨੂੰ ਇੰਨਾ ਬੈਨੀਫਿਟ ਦਿੰਦੇ ਤੁਹਾਨੂੰ ਸੀਨੀਅਰਟੀ ਦਿੰਦੇ ਤੁਹਾਡੀ ਪੈਨਸ਼ਨ 'ਚ ਵੀ ਵਾਧਾ ਪਾ ਦਿੰਦੇ ਕਿਸੇ ਸਰਕਾਰੀ ਗੈਰ ਸਰਕਾਰੀ ਪਬਲਿਕ ਸੈਕਟਰ ਅਦਾਰੇ 'ਚ ਕੋਈ ਕਿਤੇ ਬੈਨੀਫਿਟ ਨਹੀਂ ਮਿਲਦੇ ਪਏ ਮੈਨੂੰ 28 ਸਾਲ ਦੀ ਉਮਰ ਜਦੋਂ ਮੈਂ ਬਾਹਰ ਆਇਆ ਸੀ ਮੈਨੂੰ ਪਤਾ ਨਹੀਂ ਸੀ ਅਦਾਰੇ ਕਿਹੜੇ ਨੇ ਮੈਨੂੰ ਇਹੀ ਨਹੀਂ ਸੀ ਪਤਾ ਕਿ ਕਿਹੜੀ ਸਹੂਲਤ ਕਿੱਥੋਂ ਮਿਲਣੀ ਹੈ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਉਦੋਂ ਇੰਟਰਨੈਟ ਨਹੀਂ ਸੀ ਹੁੰਦੇ ਯਾ ਵੈਰੀ ਰਾਈਟ ਜੇ ਦਿੱਲੀ ਜਾਣਾ ਸੀ ਉੱਥੇ ਐਕਸ ਸਰਵਿਸਮੈਨ ਦੇ ਦਫ਼ਤਰ ਇੱਥੋਂ ਬੱਸ 'ਚ ਬਹਿ ਕੇ ਜਾਣਾ ਪੈਂਦਾ ਸੀ ਉੱਥੇ ਜਾ ਕੇ ਟਾਈਮ ਸਿਰ ਪਹੁੰਚ ਇੱਥੇ ਤੜਕੇ ਚੱਲਦੇ ਸੀ 4 ਵਜੇ ਤਾਂ ਕਿ 9 ਵਜੇ ਦਫ਼ਤਰ ਖੁੱਲ੍ਹਣ ਤੇ ਉੱਥੇ ਪਹੁੰਚ ਜਾਓ ਉੱਥੇ ਜਾ ਕੇ ਲਓ ਜੀ ਸਾਨੂੰ ਕੀ ਬੈਨੀਫਿਟ ਆ ਉਹ ਕਹਿੰਦੇ ਤੁਹਾਨੂੰ ਤਾਂ ਕੋਈ ਬੈਨੀਫਿਟ ਨਹੀਂ ਤੁਸੀਂ ਸ਼ਾਰਟ ਸਰਵਿਸ ਕਮਿਸ਼ਨ ਅਫਸਰ ਹੋ ਹਾਂਜੀ ਸੋ ਇੰਨੀਆਂ ਜ਼ਿਆਦਤੀਆਂ ਨਾਲ ਅਸੀਂ ਪਿਛਲੇ 30-35 ਸਾਲ ਕੱਢੇ ਨੇ ਪਲੀਜ਼ ਲਿਸਨ ਟੂ ਅਸ ਸਾਨੂੰ ਇੱਜ਼ਤ ਮਾਣ ਦਿਓ ਰਾਈਟ ਜਿਹੜੀਆਂ ਸਾਡੇ ਅਫਸਰਾਂ ਨੇ ਸ਼ਹੀਦੀਆਂ ਦਿੱਤੀਆਂ ਜਿਹੜੇ ਸਾਡੇ ਅਫਸਰਾਂ ਨੇ ਮਤਲਬ ਵੀ ਆਰ ਗੁੱਡ ਲੱਕ ਵੀ ਹੈਵ ਅ ਗੁੱਡ ਲੱਕ ਕਿ ਹਮੇ ਨਹੀਂ ਹੋਇਆ ਸਾਨੂੰ ਯੂਜ਼ ਕੀਤਾ ਸਾਨੂੰ ਮੁਆਵਜ਼ਾ ਤਾਂ ਦਿਓ ਨਾ ਜੀ ਤੁਸੀਂ ਜ਼ਮੀਨਾਂ ਐਕਵਾਇਰ ਕਰਦੇ ਹੋ ਮੁਆਵਜ਼ਾ ਦਿੰਦੇ ਹੋ ਨਾ ਤੁਸੀਂ ਸਾਡੀ ਜ਼ਿੰਦਗੀ ਐਕਵਾਇਰ ਕੀਤੀ ਹੈ 5 ਸਾਲ 10 ਸਾਲ ਯਾ ਵੈਰੀ ਰਾਈਟ ਕੀ ਮੁਆਵਜ਼ਾ ਦੇ ਰਹੇ ਹੋ ਤੁਸੀਂ ਸਾਨੂੰ ਦੱਸੋ ਕੀ ਮੁਆਵਜ਼ਾ ਸਾਡਾ